ਸਤਿ ਸ਼੍ਰੀ ਅਕਾਲ ਲੋਕਰਣ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਮੌਜੂਦ ਨੇ। ਧਾਲੀਵਾਲ ਸਾਹਿਬ, ਸਵਾਗਤ ਹੈ ਤੁਹਾਡਾ ਲੋਕਰਣ ਤੇ। ਧੰਨਵਾਦ ਜੀ, ਤੁਸੀਂ ਸਰੋਤਿਆਂ ਦੇ ਰੂਬਰੂ ਕਰਾ ਰਹੇ ਹੋ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਤੁਹਾਡੀ ਜੀ। ਦੋਸਤੋ, ਗੱਲਬਾਤ ਕਰਾਂਗੇ ਪੰਥਕ ਸਿਆਸਤ ਦੇ ਉੱਤੇ। ਕੀ ਪੰਥਕ ਸਿਆਸਤ ਦੇ ਵਿੱਚ ਕੇਂਦਰ ਦੇ ਵਿੱਚ ਬੈਠੀ ਹੋਈ ਦਿੱਲੀ ਸਰਕਾਰ ਦੀ ਕੋਈ ਦਖਲਅੰਦਾਜ਼ੀ ਹੈਗੀ ਹੈ? ਇਹ ਗੱਲ ਅਸੀਂ ਨਹੀਂ ਕਰ ਰਹੇ ਹੈਗੇ। ਹੁਣ ਤਾਂ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਕਹਿ ਸਕਦੇ ਹੈਗਾ, ਉਹ ਪਿਛਲੇ ਪ੍ਰਧਾਨ ਤੇ ਨਵੇਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੈਗੇ ਨੇ, ਉਹਨਾਂ ਨੇ ਵੀ ਉਹ ਵੀ ਕਹਿੰਦੇ ਕਿ ਇੱਕ ਤਾਂ ਅਸੀਂ ਦਖਲ ਜਿਹੜਾ ਹੈਗਾ ਏਜੰਸੀਆਂ ਦਾ, ਬਾਹਰਲੀ ਬੰਦਿਆਂ ਦਾ, ਉਹ ਅਸੀਂ ਸਿੱਖ ਸੰਸਥਾਵਾਂ ਦੇ ਵਿੱਚ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜਿਹੜਾ ਦਖਲ ਹੈ, ਖਾਸ ਕਰਕੇ RSS ਦਾ ਖਾਸ ਉਹਨਾਂ ਨੇ ਰੈਫਰੈਂਸ ਦਿੱਤਾ। ਤੇ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਬੀਬੀ ਜਗੀਰ ਕੌਰ ਕਿਹਦੇ ਇਸ਼ਾਰਿਆਂ ਤੇ ਚੱਲ ਰਹੇ ਨੇ, ਇਹ ਮੈਂ ਸਮਾਂ ਆਉਣ ਤੇ ਦੱਸੂਗਾ। ਬੀਬੀ ਜਗੀਰ ਕੌਰ ਕਹਿੰਦੇ ਕਿ ਚੋਣ ਤਾਂ ਮੈਂ ਲੜਾਂਗੀ, ਭਾਵੇਂ ਕੁਛ ਵੀ ਹੋ ਜੇ, ਸਾਡੀ ਤਿਆਰੀ ਪੂਰੀ ਹੈ। ਦੂਜੇ ਪਾਸੇ ਕਹਿੰਦੇ ਕਿ ਮਨਾਉਣ ਦੀਆਂ ਵੀ ਜਿਹੜੀ ਕਵਾਇਦ ਆ ਉਹ ਸ਼ੁਰੂ ਹੋ ਚੁੱਕੀ ਹੈ ਕਿ ਬੀਬੀ ਜਗੀਰ ਕੌਰ ਨੂੰ 9 ਤਰੀਕ ਤੋਂ ਪਹਿਲਾਂ ਸੈਟੀਸਫਾਈਡ ਕੀਤਾ ਜਾਵੇ। ਇੱਕ ਗੱਲ ਚੱਲਦੀ ਹੈ ਕਿ BJP ਹੋ ਸਕਦਾ ਕਿ ਕੋਈ ਨਵਾਂ ਬੰਦਾ ਪੰਜਾਬ ਦੇ ਵਿੱਚ ਪੰਜਾਬ ਦਾ ਪ੍ਰਧਾਨ ਲਾ ਦੇ ਭਾਜਪਾ ਦਾ, ਜਿਹਦੇ 'ਚ ਮਨਜਿੰਦਰ ਸਿੰਘ ਸਿਰਸਾ ਦਾ ਵੀ ਇੱਕ ਨਾਮ ਨਿਕਲ ਕੇ ਆਉਂਦਾ। ਇਸ ਮਸਲੇ ਤੇ ਵਿਚਾਰ ਚਰਚਾ ਕਰਾਂਗੇ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਇੱਕ ਤਾਂ ਦੇਖੋ, ਤੁਸੀਂ ਪੰਥਕ ਸਿਆਸਤ ਨੂੰ ਬੜੇ ਨੇੜੇ ਤੋਂ ਜਾਣਦੇ ਰਹੇ ਹੋ, ਸਾਰੇ ਮਾਮਲੇ ਦੇ ਵਿੱਚ ਇਹਨਾਂ ਦੇ ਬੜਾ ਨੇੜੇ ਤੋਂ ਸਭ ਕੁਝ ਤੁਸੀਂ ਦੇਖਿਆ। ਤੇ ਅੱਜ ਜਿਹੜੀ ਬਗਾਵਤ ਬੀਬੀ ਜਗੀਰ ਕੌਰ ਦੀ ਹੈ, ਇਹ ਪ੍ਰਧਾਨਗੀ ਨੂੰ ਲੈ ਕੇ SGPC ਨੂੰ, ਤੁਸੀਂ ਕੀ ਵਿਚਾਰ ਰੱਖਦੇ ਹੋ ਇਸ ਮਾਮਲੇ ਦੇ ਉੱਤੇ? ਕਿ ਸਹਿਜ ਵਾਪਰ ਰਿਹਾ ਸਭ ਕੁਛ? ਨਹੀਂ, ਇਹ ਸਹਿਜ ਤਾਂ ਨਹੀਂ ਸਿਆਸਤ ਦੇ ਵਿੱਚ। ਬਾਕੀ ਤਾਂ ਸਿਆਸਤ ਦੇ ਵਿੱਚ ਕੁਛ ਚੱਲਦਾ ਹੀ ਰਹਿੰਦਾ ਹੈ, ਪਰ ਇਹ ਅਕਾਲੀ ਦਲ ਬਾਦਲ ਹੈ ਜਿਹੜਾ, ਉਹਦੇ ਵਿੱਚ ਸਹਿਜ ਨਹੀਂ ਕਹਾਂਗੇ। ਸਿਆਸਤ ਦੇ ਵਿੱਚ ਇੱਦਾਂ ਦੇ ਉਤਾਰ ਚੜਾਅ ਚੱਲਦੇ ਰਹਿੰਦੇ ਨੇ, ਗਰੁੱਪਾਂ ਦੇ ਵਿੱਚ ਕੋਈ ਕਿੱਧਰੇ ਚਲਿਆ ਗਿਆ, ਕੋਈ ਕਿੱਧਰੇ ਚਲਿਆ ਗਿਆ। ਮੈਨੂੰ ਇਹ ਲੱਗ ਰਿਹਾ ਵੀ ਆਪਾਂ ਸਰੋਤਿਆਂ ਨਾਲ ਜਦੋਂ ਗੱਲ ਕਰਦੇ ਹਾਂ, ਸਰੋਤੇ ਇਹ ਜਾਣਨ 'ਚ ਇੱਛੁਕ ਹੋਣਗੇ ਕਿ ਇਹ ਜਿਹੜਾ ਸਹਿਜ ਜਾਂ ਅਸਹਿਜ, ਕਿ ਇਹਦਾ ਅਕਾਲੀ ਦਲ 'ਤੇ ਕੀ ਪ੍ਰਭਾਵ ਹੋਏਗਾ ਜਾਂ ਸਿੱਖ ਸਿਆਸਤ 'ਤੇ ਕੀ ਪ੍ਰਭਾਵ ਹੋ ਸਕਦਾ ਹੈ। ਸੋ ਇਹਦੇ ਵਿੱਚ ਜੋ ਮੈਨੂੰ ਲੱਗ ਰਿਹਾ ਇਹ ਹੈ ਕਿ ਮੈਂ ਪਿਛਲੇ ਇੱਕ ਐਪੀਸੋਡ 'ਚ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇਹ ਜਿਹੜੀ ਚੋਣ ਹੋਣੀ ਹੈ ਸ਼੍ਰੋਮਣੀ ਕਮੇਟੀ ਦੀ, ਇਹ ਹੋਣੀ ਹੈ ਜਿਹੜੇ ਮੈਂਬਰ ਪਹਿਲਾਂ ਹੀ ਹੋਂਦ 'ਚ ਨੇ। ਉਹਨਾਂ 'ਚ ਬਾਦਲਾਂ ਦੀ ਬਹੁ ਗਿਣਤੀ, ਬਾਦਲ ਦਲ ਦੀ, ਬਾਦਲਾਂ ਤੋਂ ਭਾਵ ਮੇਰਾ ਇੱਥੇ ਹੈ ਬਾਦਲ ਦਲ ਦੀ ਪਹਿਲਾਂ ਹੀ ਬਹੁ ਗਿਣਤੀ ਹੈ। ਉਹਦੇ ਵਿੱਚ ਕੁਛ ਜਿਹੜੇ ਇਹ ਕਹਿ ਲਓ ਵੀ ਕਿਤੇ ਸਿਮਰਜੀਤ ਸਿੰਘ ਮਾਨ ਦਾ ਧੜਾ ਸੀ, ਉਸ ਧੜੇ ਤੋਂ ਬਾਅਦ ਕੁਛ ਲੋਕ ਸੁਖਦੇਵ ਸਿੰਘ ਢੀਂਡਸਾ ਜੀ ਦੇ ਨਾਲ ਵੀ ਸੀਗੇ। ਮਤਲਬ ਉਹਨਾਂ 'ਚੋਂ ਇਹ ਕਹਿ ਲਓ ਕਿ 125 ਦੇ ਵਿੱਚੋਂ ਕੁਛ ਲੋਕਾਂ ਦੀ ਡੈਥ ਵੀ ਹੋ ਗਈ। 125, 130, 35, 40 ਹੋਣਗੇ ਸਾਰੇ ਮੈਂਬਰ। ਇਹਨਾਂ 'ਚੋਂ 20, 22, 25 ਮੈਂਬਰ ਬਾਗੀ ਹੁੰਦੇ ਸੀ ਜੀ। ਮਤਲਬ ਉਹ ਬਾਦਲ ਧੜੇ ਤੋਂ ਉਲਟ ਚਲੇ ਜਾਂਦੇ ਸੀ। ਉਹ ਕਈ ਵਾਰੀ ਦੂਜਾ ਧੜਾ ਆਪਣਾ ਕੈਂਡੀਡੇਟ ਖੜਾ ਵੀ ਕਰ ਲੈਂਦਾ ਸੀ, ਕਈ ਵਾਰੀ ਉਹ ਨਹੀਂ ਵੀ ਖੜੇ ਕਰਦੇ ਸੀ, ਆਪਣੀ ਹੋਂਦ ਦਿਖਾ ਦਿੰਦੇ ਸੀ। ਪਰੰਤੂ ਇਸ ਵਾਰ ਇਹ ਲੱਗ ਰਿਹਾ ਹੈ ਕਿ ਬਹੁਤ ਸਾਲਾਂ ਬਾਅਦ ਇੱਕ ਗੱਲ, ਇਹਦਾ ਕ੍ਰੈਡਿਟ ਬੀਬੀ ਜੀ ਨੂੰ ਹੀ ਜਾਊਗਾ। ਦੇਖੋ, ਮੈਂ ਬੀਬੀ ਜੀ ਦੇ ਬਹੁਤ ਹੱਕ 'ਚ ਨਹੀਂ ਹਾਂ। ਬੀਬੀ ਜੀ 'ਤੇ ਵੀ ਬਹੁਤ ਜਾਤੀ ਤੌਰ 'ਤੇ ਜਿਹੜੇ ਦੋਸ਼ ਲੱਗੇ ਨੇ ਉਹ ਗੰਭੀਰ ਸੀ, ਭਾਵੇਂ ਉਹਨਾਂ 'ਚੋਂ ਬਰੀ ਹੋ ਗਏ ਨੇ। ਹੁਣ ਮੈਂ ਉਹਨਾਂ ਨੂੰ ਦੋਸ਼ੀ ਨਹੀਂ ਕਹਿ ਸਕਦਾ, ਨਾ ਹੀ ਕਹਿਣਾ ਚਾਹੀਦਾ। ਅਦਾਲਤ ਨੇ ਉਹਨਾਂ ਨੂੰ ਦੋਸ਼ ਮੁਕਤ ਕਰਤਾ ਹੈ। ਪਰੰਤੂ ਫਿਰ ਵੀ ਜਿਹੜੀ ਸਿਆਸਤ ਹੈ, ਭਾਵੇਂ ਇਹ ਧਾਰਮਿਕ ਸੰਸਥਾ ਹੈ, ਪਰ ਜਿੱਥੇ ਵੋਟਾਂ ਆ ਜਾਣਗੀਆਂ, ਜਿੱਥੇ ਲੋਕਤੰਤਰ ਆ ਜਾਊਗਾ, ਇੱਕ ਧਿਰ ਜਿੱਤੂਗੀ, ਇੱਕ ਹਾਰੂਗੀ, ਅਸੀਂ ਉਹਨੂੰ ਸਿਆਸਤੀ ਕਹਾਂਗੇ। ਬਾਕੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਹੋਣ ਲਈ ਬਹੁਤ ਪੁਰਾਣੇ ਸਮੇਂ ਤੋਂ, 47 ਤੋਂ ਵੀ ਪਹਿਲਾਂ ਤੋਂ ਇਹ ਝਗੜੇ ਚੱਲਦੇ ਆਏ ਨੇ। ਦੋ ਧੜਿਆਂ ਵਿੱਚ ਲੜਾਈਆਂ ਹੁੰਦੀਆਂ ਆਈਆਂ ਨੇ, ਅਤੇ ਉੱਥੇ ਵੀ ਸਿਆਸਤ ਹੁੰਦੀ ਰਹੀ ਹੈ। ਪਰੰਤੂ ਦਿਨ ਬ ਦਿਨ ਇਹ ਸਿਆਸਤ ਹੈ ਜਿਹੜੀ, ਇਹ ਰਾਜਨੀਤੀ ਨਾਲ, ਪੋਲੀਟੀਕਲ ਸਿਆਸਤ ਨਾਲ, ਜਿਹੜੀ ਸਰਕਾਰ ਦੇ ਨਾਲ ਰਲਗੱਡ ਹੁੰਦੀ ਗਈ ਹੈ। ਬੀਬੀ ਜੀ ਵੀ ਪਹਿਲਾਂ ਮੰਤਰੀ ਵੀ ਰਹੇ ਨੇ, ਫਿਰ ਉਹ ਇੱਧਰ ਪ੍ਰਧਾਨ ਬਣੇ। ਬੀਬੀ ਜੀ ਦੀ ਗੱਲ ਇਹ ਹੈ ਕਿ ਜਦੋਂ ਇੱਕ ਲੋੜ ਸੀ ਅਕਾਲੀ ਦਲ ਬਾਦਲ ਨੂੰ, ਸਰਦਾਰ ਗੁਰਚਰਨ ਸਿੰਘ ਟੌੜਾ ਸਵਰਗੀ ਜਿਹੜੇ, ਉਹਨਾਂ ਨਾਲ ਟੱਕਰ ਲੈਣ ਦੀ, ਉਸ ਟੱਕਰ ਲੈਣ ਵੇਲੇ ਉਹਨਾਂ ਨੇ ਬਰਾਬਰ ਬੀਬੀ ਜੀ ਨੂੰ ਉਤਾਰ ਲਿਆ। ਤੇ ਕੁਦਰਤੀ ਹੈ, ਜਦੋਂ ਤੁਸੀਂ ਕੋਈ ਵੀ ਪਹਿਲਵਾਨ
ਬਹੁਤ ਵੱਡੇ ਪਹਿਲਵਾਨ ਨਾਲ ਘੁਲਦਾ ਨਾ, ਚਾਹੇ ਉਹ ਪਹਿਲਵਾਨ ਮਾੜਾ ਹੋਵੇ ਜਾਂ ਤਕੜਾ ਹੋਵੇ। ਕਿਉਂਕਿ ਮੈਂ ਬਹੁਤ ਨੇੜੇ ਤੋਂ ਤੱਕਿਆ ਜਦੋਂ ਟੌੜਾ ਸਾਹਿਬ ਸੁਰਜੀਤ ਸਿੰਘ ਬਰਨਾਲਾ ਦੇ ਖਿਲਾਫ ਹੋ ਗਏ, ਮਤਲਬ ਉਦੋਂ ਦਫੇੜ ਪੈ ਗਈ, ਉਦੋਂ ਬਾਦਲ ਸਾਹਿਬ ਤੇ ਟੌੜਾ ਸਾਹਿਬ ਇਕੱਠੇ ਰਹਿ ਗਏ, ਬਰਨਾਲਾ ਸਾਹਿਬ ਅੱਡ ਰਹਿ ਗਏ। ਉਹ ਮੁੱਖ ਮੰਤਰੀ ਸੀ, ਪੂਰੀ ਸਰਕਾਰ ਦਾ ਜ਼ੋਰ ਲੱਗ ਗਿਆ ਸੀ ਪ੍ਰਧਾਨ ਬਣਾਉਣ ਲਈ। ਉਦੋਂ ਵੀ ਟੌੜਾ ਸਾਹਿਬ ਪ੍ਰਧਾਨ ਬਣੇ ਦੁਬਾਰਾ, ਠੀਕ ਹੈ ਕਿ ਨਹੀਂ। ਉਦੋਂ ਬਾਅਦ ਇੱਕ ਵਾਰੀ ਫੇਰ ਕਾਬਲ ਸਿੰਘ ਆ ਗਿਆ ਸੀ ਸੀਨ ਤੇ, ਲੇਕਿਨ ਟੌੜਾ ਸਾਹਿਬ ਬਣੇ। ਹੁਣ ਇਹ ਹੈ ਕਿ ਜਦੋਂ ਉਸ ਸਮੇਂ ਉਹ ਐਡੇ ਵੱਡੇ ਨੇਤਾ ਦੇ ਤੌਰ ਤੇ ਉੱਭਰੇ, ਉਹਦੇ ਖਿਲਾਫ ਬੀਬੀ ਜਗੀਰ ਕੌਰ ਨੂੰ ਬਾਦਲ ਅਕਾਲੀ ਦਲ ਨੇ ਉਭਾਰ ਕੇ ਟੌੜਾ ਸਾਹਿਬ ਨੂੰ ਪਿਛਾਂ ਸਿੱਟਿਆ, ਤੇ ਕੁਦਰਤੀ ਹੈ ਫਿਰ ਉਹਦੇ ਨਾਲ ਬੀਬੀ ਜਗੀਰ ਕੌਰ ਦਾ ਕੱਦ ਵੱਡਾ ਹੋਣਾ ਹੀ ਸੀ। ਜਿੱਡਾ ਵੱਡਾ ਕੱਦ ਉਹਨਾਂ ਦਾ ਹੋ ਗਿਆ ਸੀਗਾ, ਪਰੰਤੂ ਇਹ ਸਿਆਸਤ ਦੇ ਵਿੱਚ ਹੁੰਦਾ ਹੈ। ਮੇਰਾ ਖਿਆਲ ਹੈ ਵੀ ਫਿਰ ਉਹਨਾਂ ਨੂੰ ਡਰ ਲੱਗਿਆ ਹੋਏਗਾ, ਜਿਹੜੀ ਮੈਂ ਪਹਿਲਾਂ ਗੱਲ ਕਈ ਵਾਰ ਕਹਿ ਚੁੱਕਿਆ ਕਿ ਅਕਾਲੀ ਦਲ ਦਾ ਸਰੂਪ ਪਹਿਲਾਂ ਇਹ ਹੁੰਦਾ ਸੀ ਕਿ ਅਕਾਲੀ ਦਲ ਤਿੰਨ ਧਿਰੀ ਲੀਡਰਸ਼ਿਪ ਦੇ ਨਾਲ ਚੱਲਦਾ ਸੀ। ਇੱਕ ਵਿਅਕਤੀ ਜਿਹੜਾ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦਾ ਉਮੀਦਵਾਰ, ਇੱਕ ਅਕਾਲੀ ਦਲ ਦਾ ਪ੍ਰਧਾਨ ਤੇ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ। ਹੁਣ ਜੇ ਆਪਾਂ ਉਸ ਸਮੇਂ ਤੋਂ ਕਹੀਏ ਟੌੜਾ ਸਾਹਿਬ ਦਾ ਕੱਦ ਬਰਾਬਰ ਦਾ ਰਹੀ ਗਿਆ, ਉਹ ਬਤੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪਦਾ ਰੋਲ ਅਦਾ ਕਰਦੇ ਰਹੇ, ਤੇ ਅਕਾਲੀ ਦਲ ਬਾਦਲ ਦੇ ਵਿੱਚ ਵੀ ਉਹਨਾਂ ਦੀ ਰਾਏ ਲਏ ਬਿਨਾਂ ਜਾਂ ਉਹਨਾਂ ਦੀ ਗੱਲ ਨੂੰ ਤਵੱਜੋ ਦੇ ਬਿਨਾਂ ਜਾਂ ਉਹਨਾਂ ਦੇ ਗਰੁੱਪ ਦੇ ਜਿਹੜੇ ਮੈਂਬਰ ਸੀ ਵਿਦਿਨ ਦੀ ਅਕਾਲੀ ਦਲ ਜਿਹੜਾ ਸਬ ਗਰੁੱਪ ਸੀ, ਉਹਨਾਂ ਦੇ ਮੰਤਰੀ MLA ਉਹਨਾਂ ਨੂੰ ਟਿਕਟਾਂ ਦਿੱਤੇ ਬਿਨਾਂ ਗੱਲ ਬਣਦੀ ਨਹੀਂ ਸੀ। ਪਰੰਤੂ ਜਦੋਂ ਇਹਨਾਂ ਨੂੰ ਲੱਗਿਆ ਕਿ ਬੀਬੀ ਜਗੀਰ ਕੌਰ ਦਾ ਆਪਦਾ ਕੱਦ ਐਡਾ ਵੱਡਾ ਨਾ ਹੋ ਜਾਵੇ, ਫਿਰ ਇਹਨਾਂ ਨੇ ਜਦੋਂ ਮਰਜ਼ੀ ਬਦਲ ਲਿਆ। ਭਾਵੇਂ ਉਹਨਾਂ ਨੂੰ 4 ਵਾਰੀ ਪ੍ਰਧਾਨ ਬਣਾਇਆ, ਪਰ ਲਗਾਤਾਰ ਨਹੀਂ ਰੱਖਿਆ, ਉਹ ਵਿੱਚ ਉਹਨਾਂ ਨੂੰ ਬਦਲਦੇ ਰਹੇ। ਉਹਦਾ ਕਾਰਨ ਮੈਂ ਇਹੀ ਸਮਝਦਾ ਕਿ ਉਦੋਂ ਲੱਗਿਆ ਹੋਏਗਾ ਅਕਾਲੀ ਦਲ ਦੇ ਵਿੱਚ ਕੋਈ ਬਰਾਬਰ ਧੜਾ ਬਰਾਬਰ ਦਾ ਨਾ ਬਣ ਜਾਵੇ, ਤੇ ਕੁਦਰਤੀ ਹੈ ਇਹ ਗੱਲ ਬੀਬੀ ਜੀ ਨੂੰ ਵੀ ਮਹਿਸੂਸ ਹੋਈ ਹੋਏਗੀ। ਜਿੱਦਾਂ ਬਡੂੰਗਰ ਨੂੰ, ਕਿਰਪਾਲ ਸਿੰਘ ਬਡੂੰਗਰ ਜੀ ਨੂੰ ਜਦੋਂ ਪ੍ਰਧਾਨ ਬਣਾਇਆ, ਕਿਰਪਾਲ ਸਿੰਘ ਬਡੂੰਗਰ ਜੀ ਦਾ ਕੋਈ ਆਪਦਾ ਧੜਾ ਹੈ ਨਹੀਂ ਸੀ, ਪਰੰਤੂ ਬੀਬੀ ਜਗੀਰ ਕੌਰ ਮਤਲਬ ਜਲੰਧਰ, ਕਪੂਰਥਲਾ, ਅੰਮ੍ਰਿਤਸਰ ਉਸ ਏਰੀਏ 'ਚ ਇੱਕ ਆਪਦਾ ਧੜਾ ਵੀ ਲੈ ਕੇ ਚੱਲਦੇ ਸੀਗੇ। ਉਹਨਾਂ ਦਾ ਉਸ ਤਰ੍ਹਾਂ ਮਤਲਬ ਜੇ ਆਪਾਂ ਕਹੀਏ ਇਹ ਵੀ ਉਹਨਾਂ ਦਾ ਇੱਕ ਕੰਸਟੀਚੁਐਂਸੀ ਤੋਂ ਵੱਧ ਉਹਨਾਂ ਦਾ ਪ੍ਰਭਾਵ ਸੀ ਉਸ ਏਰੀਏ 'ਚ, ਉਹ ਪ੍ਰਭਾਵ ਨੂੰ ਵਰਤਦੇ ਰਹੇ। ਤੇ ਦੂਜਾ, ਜਾਤੀ ਤੌਰ ਤੇ ਉਹ ਆਪਣੀ ਬੇਟੀ ਦੇ ਕਤਲ ਦੇ ਵਿੱਚ ਉਲਝੇ ਰਹੇ, ਪਰੰਤੂ ਬਹੁਤ ਜ਼ਿਆਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਕੰਮ ਆਇਆ ਉਹਦੇ ਵਿੱਚ ਉਸ ਤੇ ਬਹੁਤ ਜ਼ਿਆਦਾ ਹਮਲੇ ਨਹੀਂ ਹੋਏ, ਉਹਨਾਂ ਤੇ ਕੋਈ ਬਹੁਤ ਜ਼ਿਆਦਾ ਦੋਸ਼ ਨਹੀਂ ਲੱਗੇ। ਸ਼ਾਇਦ ਇਹਨਾਂ ਦਾ ਕਾਰਨ ਇਹ ਵੀ ਹੋਵੇ ਕਿ ਵਿਰੋਧੀਆਂ ਦਾ ਫੋਕਸ ਉਸੇ ਕੇਸ ਤੇ ਰਿਹਾ, ਕਿਉਂਕਿ ਉਹ ਕੇਸ ਵੀ ਆਪਣੇ ਆਪ 'ਚ ਬਹੁਤ ਵੱਡਾ ਸੀ। ਬੰਦੇ ਨੂੰ ਕਈ ਵਾਰ ਵਿਰੋਧੀ ਪਾਰਟੀ ਨੂੰ ਇਹ ਲੱਗਦਾ ਨਾ ਵੀ ਹੋਰ ਕੇਸ ਚੱਕਣ ਦੀ ਲੋੜ ਹੀ ਨਹੀਂ, ਇਹ ਕੇਸ ਹੀ ਆਪਣੇ ਆਪ 'ਚ ਬਹੁਤ ਵੱਡਾ ਹੈ। ਸੋ ਇਸ ਕਰਕੇ ਉਹਨਾਂ ਦੀ ਆਲੋਚਨਾ ਤਾਂ ਹੋਈ ਕਿ ਜੀ ਦੇਖੋ ਧਾਰਮਿਕ ਸੰਸਥਾ ਦਾ ਤੁਸੀਂ ਉਹਨਾਂ ਨੂੰ ਮੁਖੀ ਬਣਾਏ ਬੰਨੇ, ਉਹਨਾਂ ਤੇ ਇਹੋ ਜਿਹੇ ਦੋਸ਼ ਨੇ, ਉਹਨਾਂ ਤੇ ਇਹੋ ਜਿਹੇ ਦੋਸ਼ ਲੱਗੇ ਨੇ, ਲੇਕਿਨ ਵਕਤ ਨਾਲ ਉਸ ਦੋਸ਼ ਤੋਂ ਉਹ ਮੁਕਤ ਹੋ ਗਏ। ਜਦੋਂ ਹੁਣ ਉਹਨਾਂ ਨੇ ਪਹਿਲਾਂ ਅਨਾਊਂਸ ਕਰਤਾ ਤੇ ਜਿਹੜਾ ਉਹਨਾਂ ਨੇ ਪੈਂਤੜਾ ਲਿਆ ਉਹ ਜਿੱਤਣ ਹਾਰਨੋਂ ਬਾਅਦ ਦੀ ਗੱਲ ਹੈ, ਤੇ ਮੈਨੂੰ ਇਹ ਲੱਗਦਾ ਹੈ ਕਿ ਪਹਿਲੀ ਜਿੱਤ ਬੀਬੀ ਜਗੀਰ ਕੌਰ ਦੀ ਹੋ ਗਈ ਹੈ। ਇਲੈਕਸ਼ਨ 'ਚ ਜਿੱਤਣ ਜਾਂ ਹਾਰਨ ਉਹ ਇੱਕ ਹੋਰ ਪੱਖ ਹੈ। ਬੀਬੀ ਜਗੀਰ ਕੌਰ ਨੇ ਇਹੀ ਪੈਂਤੜਾ ਲਿਆ ਨਾ ਕਿ ਮੈਂ ਬਾਦਲ ਸਾਹਿਬ ਨੂੰ, ਇੱਥੋਂ ਮੇਰਾ ਭਾਵ ਸੁਖਬੀਰ ਬਾਦਲ ਜੀ ਨੂੰ, ਪ੍ਰਧਾਨ ਜੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਪ੍ਰਧਾਨ ਦਾ ਪਹਿਲਾਂ ਐਲਾਨ ਕਰੋ, ਜਿਹੜਾ ਵੀ ਲੜਾਉਣਾ ਹੈ ਲਿਫਾਫੇ 'ਚੋਂ ਨਹੀਂ ਕੱਢਣਾ। ਬੀਬੀ ਜੀ ਨੇ ਬੜਾ ਖੁੱਲ੍ਹ ਕੇ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਨੂੰ ਵੀ 5-7 ਘੰਟੇ ਪਹਿਲਾਂ ਪਤਾ ਲੱਗਦਾ ਹੁੰਦਾ ਸੀ ਕਿ ਬੀਬੀ ਜੀ ਤੁਹਾਨੂੰ ਬਣਾਇਆ ਜਾ ਰਿਹਾ ਹੈ ਜਾਂ ਜਿਹੜੇ ਨੂੰ ਵੀ ਬਣਾਉਣਾ ਹੈ। ਬੀਬੀ ਜੀ ਦੇ ਦਬਾਅ ਹੇਠ ਆ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਧਾਮੀ ਸਾਹਿਬ ਦਾ ਨਾਮ ਡਿਕਲੇਅਰ ਕਰਤਾ ਕਿ ਸਾਡਾ ਪ੍ਰਧਾਨ ਉਹ ਹੋਏਗਾ, ਤੇ ਬੀਬੀ ਜੀ ਦੀ ਮੁੱਖ ਮੰਗ ਇਹ ਸੀ ਪ੍ਰਧਾਨ ਬੀਬੀ ਜੀ ਬਣਨ ਜਾਂ ਧਾਮੀ ਬਣਨ, ਜਾਂ ਉਹ ਮੰਨ ਜਾਣ ਜਾਂ ਨਾ ਮੰਨਣ, ਲੇਕਿਨ ਜਿਹੜੀ ਗੱਲ ਨੂੰ ਲੈ ਕੇ ਉਹਨਾਂ ਨੇ ਜਨਤਾ 'ਚ ਵਾਹਵਾ ਖੱਟੀ, ਸਿੱਖ ਸਮਾਜ 'ਚ ਵਾਹਵਾ ਖੱਟੀ,
ਉਹ ਤਾਂ ਉਹਨਾਂ ਨੇ ਸਾਬਤ ਕਰਤੀ ਕਿ ਇਹ ਗੱਲ ਤਾਂ ਕਰਨੀ ਪਊਗੀ। ਸੋ ਇਸ ਕਰਕੇ ਮੈਂ ਇਸ ਪੱਖ ਤੋਂ ਕਹਿਣਾ ਕਿ ਇੱਕ ਚੜ੍ਹਤ ਇਹ ਜਿੱਤ ਬੀਬੀ ਜੀ ਦੀ ਹੋਊਗੀ ਕਿ ਪ੍ਰਧਾਨ ਲਿਫਾਫੇ 'ਚੋਂ ਨਹੀਂ ਨਿਕਲੂਗਾ। ਤੇ ਇਸ ਵਾਰ ਜਿਹੜਾ ਲਿਫਾਫਾ ਹੈ ਉਹ ਅੱਜ 4 ਨਵੰਬਰ ਹੈ ਜੀ, ਮਤਲਬ 6 ਦਿਨ ਪਹਿਲਾਂ ਖੁੱਲ੍ਹ ਗਿਆ ਉਹ ਲਿਫਾਫਾ, ਸਮਝ ਗਏ ਨਾ। ਅੱਛਾ, ਫਿਰ ਬੀਬੀ ਜੀ ਨੇ ਇਹ ਵੀ ਕਿਹਾ ਕਿ ਮੈਂ ਇਲੈਕਸ਼ਨ ਲੜਾਂਗੀ। ਮੈਨੂੰ ਨਹੀਂ ਪਤਾ ਅੱਗੇ ਕੀ ਹੁੰਦਾ, ਪੋਲੀਟਿਕਸ 'ਚ ਬੜਾ ਕੁਝ ਜੋੜ ਤੋੜ ਚੱਲਦੇ ਰਹਿੰਦੇ ਨੇ। ਉਹਨਾਂ ਨੇ ਇਹ ਕਿਹਾ ਕਿ ਬੇਸ਼ੱਕ ਮੈਨੂੰ ਮੇਰੀ ਇਕੱਲੀ ਦੀ ਵੋਟ ਪਵੇ ਤਦ ਵੀ ਮੈਂ ਇਲੈਕਸ਼ਨ ਲੜਾਂਗੀ। ਤੇ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਪੱਤਰਕਾਰਾਂ ਨੇ ਕਿ ਜੀ ਤੁਸੀਂ ਇਲੈਕਸ਼ਨ ਅਕਾਲੀ ਦਲ ਵੱਲੋਂ ਲੜੋਗੇ ਜਾਂ ਮਤਲਬ ਅਕਾਲੀ ਦਲ ਦੇ ਵਿਰੋਧ 'ਚ, ਉਦੋਂ ਤੱਕ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜਦੋਂ ਅਨਾਊਂਸ ਕਰੇਗਾ ਉਦੋਂ ਦੇਖਾਂਗੀ, ਅਦਰਵਾਈਜ਼ ਤਾਂ ਮਤਲਬ ਮੈਂ ਅਕਾਲੀ ਦਲ ਨਾਲ ਹਾਂ, ਅਕਾਲੀ ਦਲ ਦੀ ਮੈਂ ਵਰਕਰ ਹਾਂ, ਅਕਾਲੀ ਦਲ ਦੀ ਮੈਂ ਸਪੋਰਟਰ ਹਾਂ, ਸ਼ੁਰੂ ਤੋਂ ਅਕਾਲੀ ਦਲ 'ਚ ਰਹੀ ਹਾਂ, ਮੈਂ ਕਦੇ ਬਾਗੀ ਨਹੀਂ ਰਹੀ। ਦੂਸਰਾ ਇਹ ਹੈ ਕਿ ਹੁਣ ਮੈਨੂੰ ਇਹ ਲੱਗ ਰਿਹਾ ਕਿ ਸਿਆਸੀ ਤੌਰ 'ਤੇ ਉਧਰ ਨੂੰ ਸਮਾਂ ਵੱਧ ਰਿਹਾ ਹੈ ਕਿ ਜਿਹੜੇ ਕਈ ਸਾਰੇ ਅਕਾਲੀ ਦਲ ਨੇ ਕਿ ਉਹਨਾਂ 'ਚੋਂ ਕਿਸੇ ਨੂੰ ਸਾਬਤ ਕਰਨਾ ਪਊਗਾ ਕਿ ਹੁਣ ਅਸਲ ਅਕਾਲੀ ਦਲ ਕਿਹੜਾ ਹੈ। ਅਕਾਲੀ ਦਲ ਬਹੁਤ ਹੋ ਗਏ ਤੇ ਬਹੁਤ ਹੋਣ ਕਰਕੇ ਅਸਲ ਅਕਾਲੀ ਦਲ ਲੱਭਣਾ ਮੁਸ਼ਕਿਲ ਹੋ ਗਿਆ। ਮਤਲਬ ਮੈਂ ਇਹਨੂੰ ਉਹਦੇ ਨਾਲ ਕੰਪੇਅਰ ਨਹੀਂ ਕਰ ਰਿਹਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਗੱਦੀ ਦਾ ਸਮਾਂ ਆਇਆ ਨਾ, ਉਦੋਂ ਬਹੁਤ ਸਾਰੇ ਗੁਰੂ ਬਣ ਗਏ ਸੀ ਤੇ ਉਦੋਂ ਫਿਰ ਉਹ ਜਦੋਂ ਲੱਖੀ ਸ਼ਾਹ, ਪਰ ਅਸਲੀ ਅਕਾਲੀ ਦਲ ਮਤਲਬ ਫਿਰ ਉਹਨੂੰ ਪਛਾਣ ਵੀ ਕਿਵੇਂ, ਪਛਾਣ ਦਾ ਅਸਲੀ ਪੈਮਾਨਾ ਵੀ ਕੀ ਹੋਊਗਾ? ਅਸਲੀ ਅਕਾਲੀ ਦਲ ਦਾ ਪੈਮਾਨਾ ਇਹ ਮੈਂ ਤਾਂ ਇਹ ਕਹਿਣਾ ਕਿ ਅਸਲੀ ਸੱਤਾਰੂੜ ਹੋਵੇ ਨੌਨ ਸੱਤਾਰੂੜ ਹੋਵੇ ਕਿ ਸਿੱਖ ਸਿਆਸਤ ਦੇ ਵਿੱਚ ਬਹੁ ਗਿਣਤੀ ਸਿੱਖ ਕਿਹਦਾ ਸਤਿਕਾਰ ਕਰਦੇ ਨੇ, ਉਹ ਕਿਹਦੇ ਪਿੱਛੇ ਨੇ, ਉਹ ਅਸਲੀ ਅਕਾਲੀ ਦਲ ਹੋ ਜਾਊਗਾ। ਹੋਰ ਕੋਈ ਇੱਦਾਂ ਦਾ ਅਸਲੀ ਨਕਲੀ ਦਾ ਹੋਰ ਪੈਮਾਨਾ ਤਾਂ ਕੋਈ ਹੈ ਨਹੀਂ ਕਿ ਆਪਾਂ ਕੋਈ ਟੈਸਟ ਕਰ ਲਈਏ। ਸਿਧਾਂਤਕ ਹੋ ਗਿਆ, ਇੱਕ ਸੱਤਾ ਪੱਖੀ ਹੋ ਗਿਆ। ਮੈਂ ਕਿਹਾ ਵੀ ਚਾਹੇ ਉਹ ਸੱਤਾ ਪੱਖੀ ਹੋਵੇ ਚਾਹੇ ਉਹ ਨੌਨ ਸੱਤਾ ਪੱਖੀ ਹੋਵੇ। ਕਿਸੇ ਸਮੇਂ ਬਰਨਾਲਾ ਸਾਹਿਬ ਕਹਿੰਦੇ ਮੈਂ ਅਸਲੀ ਅਕਾਲੀ ਦਲ ਆ, ਪਰ ਉਹਨੂੰ ਪਛਾੜ ਕੇ ਫਿਰ ਬਾਦਲ ਸਾਹਿਬ ਮੂਹਰੇ ਆ ਗਏ। ਠੀਕ ਹੈ ਨਾ, ਇਹ ਤਾਂ ਜਿਹਨੂੰ ਲੋਕ ਚਾਹੁੰਗੇ। ਇੱਕ ਗੱਲ ਧਾਲੀਵਾਲ ਸਾਹਿਬ ਹੋਰ ਵੀ ਚੱਲਦੀ ਹੈ ਕਿ ਇੱਥੇ ਭਾਵ ਮੇਰਾ ਉਹ ਹੈ ਜੀ, ਜੇਕਰ ਸੁਖਬੀਰ ਸਿੰਘ ਬਾਦਲ ਅੱਜ ਦੇ ਸਮੇਂ ਦੇ ਵਿੱਚ ਕੋਈ ਮਤਲਬ ਗੇਨ ਕੀਤਾ ਹੁੰਦਾ ਉਹਨਾਂ ਨੇ, ਜਾਂ ਮੁੱਖ ਮੰਤਰੀ ਹੁੰਦੇ, ਉਪ ਮੁੱਖ ਮੰਤਰੀ ਹੁੰਦੇ, ਸਿਰਕ ਸੱਤਾ ਦੇ ਵਿੱਚ ਹੁੰਦੇ, ਕੀ ਫਿਰ ਬੀਬੀ ਜਗੀਰ ਕੌਰ ਚੈਲੰਜ ਕਰ ਸਕਦੇ ਸੀ? ਸ਼ਾਇਦ ਨਾ ਕਰਦੀ। ਇਹ ਤਾਂ ਦੇਖੋ, ਤਾਕਤ ਇੱਕ ਐਸੀ ਚੀਜ਼ ਹੈ, ਜਦੋਂ ਤਾਕਤ ਵਿਖਰਦੀ ਹੈ ਉਦੋਂ ਜਿਹੜੇ ਸੈਕੰਡ ਕਤਾਰ ਦੇ ਲੀਡਰ ਹੁੰਦੇ ਨੇ, ਵਿਖਰਨ ਦਾ ਮਤਲਬ ਇਹੀ ਹੈ ਨਾ ਕਿ ਉਸੇ ਵਾਲੀ ਤਾਕਤ ਬਾਕੀ ਲੋਕ ਲੈਂਦੇ ਨੇ। ਤਾਕਤ ਤਾਂ ਉਨੀ ਹੋ ਰਹਿੰਦੀ ਹੈ ਨਾ। ਜੇ ਆਪਾਂ ਕਹੀਏ ਵੀ ਸਾਡੇ ਬਜਟ ਵਿੱਚ ਇੰਨੇ ਪੈਸੇ ਨੇ, ਇੱਕ ਮਹਿਕਮਾ ਜ਼ਿਆਦਾ ਲੈ ਗਿਆ, ਇੱਕ ਨੂੰ ਘੱਟ ਹੋ ਗਈ ਐਲੋਕੇਸ਼ਨ, ਪੈਸੇ ਤਾਂ ਉਨੇ ਹੀ ਰਹਿਣਗੇ, ਐਲੋਕੇਸ਼ਨ ਦਾ ਹੀ ਰੌਲਾ ਹੈ ਨਾ। ਇਸ ਕਰਕੇ ਉਹ ਤਾਕਤ ਦਾ ਰੌਲਾ ਹੈ। ਉਹ ਤਾਕਤ ਦਿਨ ਬ ਦਿਨ ਅਕਾਲੀ ਦਲ ਦੇ ਪ੍ਰਧਾਨ ਦੀ ਜਿੰਨੀ ਕਮਜ਼ੋਰ ਹੋਊਗੀ, ਓਨੀ ਜਿਹੜੇ ਦੂਸਰੀ ਕਤਾਰ ਦੇ ਲੀਡਰ ਨੇ ਉਹਨਾਂ ਕੋਲ ਆ ਜੂਗੀ। ਗੱਲ ਇੰਨੀ ਹੋ ਹੈ ਬਸ। ਜੇ ਬਹੁਤ ਜ਼ਿਆਦਾ ਕਮਜ਼ੋਰ ਹੋ ਜੂਗੀ ਤਾਂ ਹੋਰ ਕਿਸੇ ਕੋਲੇ ਚਲੀ ਜਾਊਗੀ, ਅਦਰਵਾਈਜ਼ ਤਾਂ ਤਾਕਤ ਹੈ ਇਹ। ਸੋ ਮੈਨੂੰ ਇਹ ਲੱਗਦਾ ਕਿ ਇਸ ਦੇ ਵਿੱਚ ਜੇ ਆਪਾਂ ਦੋ ਗੱਲਾਂ, ਬਹੁਤ ਲੋਕਾਂ ਨੂੰ ਇਹ ਲੱਗੂਗਾ, ਹਲੇ ਵੀ ਲੱਗਦਾ ਹੋਏਗਾ ਕਿ ਜੀ ਅਕਾਲੀ ਦਲ ਬਾਦਲ ਕੋਲੇ ਬਹੁਤ ਗਿਣਤੀ ਮੈਂਬਰਾਂ ਦੀ ਹੈ, ਇਸ ਤਰ੍ਹਾਂ ਦਾ ਇਲੈਕਸ਼ਨ ਤਾਂ ਇਹ ਉਹ ਹੀ ਜਿੱਤ ਲੈਣਗੇ। ਹੋ ਸਕਦਾ ਹੈ ਉਹ ਬੀਬੀ ਜਗੀਰ ਕੌਰ ਦੇ ਮੁਕਾਬਲੇ ਵੀ ਕੋਈ ਪੈਂਤੜਾ ਵਰਤ ਕੇ ਜਿੱਤ ਲੈਣ, ਇਹ ਵੀ ਸੰਭਾਵਨਾ ਹੈ। ਪਰੰਤੂ ਇਹਦੇ ਦੂਸਰਾ ਪੱਖ ਮੈਂ ਇਹ ਲੈਣਾ ਕਿ ਜਿਹੜਾ ਬੀਜੇਪੀ ਦਾ ਪੱਖ ਹੈ, ਜਿਸ ਕਿਸਮ ਨਾਲ ਇਕਬਾਲ ਸਿੰਘ ਲਾਲਪੁਰਾ ਨਿੱਤਰੇ ਨੇ, ਉਹ ਸਿੱਧੇ ਮੈਦਾਨ 'ਚ ਆ ਗਏ ਨੇ। ਤੇ ਮੈਦਾਨ 'ਚ ਆਉਣ ਦਾ ਮਤਲਬ ਉਹਨਾਂ ਦਾ ਬਿਲਕੁਲ ਉਹ ਹੈ। ਬੀਬੀ ਜਗੀਰ ਕੌਰ ਨੇ ਜ਼ਾਹਰ ਕਰਤਾ ਕਿ ਮੈਨੂੰ ਸਰਸਾ ਜੀ ਨੇ ਫੋਨ ਕੀਤਾ, ਫੋਨ ਕਰਕੇ ਮੈਨੂੰ ਕਿਹਾ ਕਿ ਤੁਸੀਂ ਸਾਡੀ ਸਪੋਰਟ ਨਹੀਂ ਮੰਗਦੇ, ਅਸੀਂ ਤੁਹਾਡੀ ਸਪੋਰਟ ਕਰਨ ਲਈ ਤਿਆਰ ਹਾਂ। ਇਹ ਸਾਰੇ ਦਾ ਅਰਥ ਕੀ ਹੈ? ਦੇਖੋ, ਇਹਦਾ ਜਿਹੜਾ ਰਾਜਨੀਤਿਕ ਅਰਥ ਮੈਂ ਸਮਝਦਾ ਕਿ ਇਹ ਜਿਵੇਂ ਆਪਾਂ ਕਹਿੰਦੇ ਨਾ, ਫੌਜ ਜਿਹੜੀ ਹੁੰਦੀ ਹੈ ਨਾ, ਉਹ ਇੱਕ ਐਕਸਰਸਾਈਜ਼ ਕਰਦੀ ਹੈ, ਉਹਨੂੰ ਕਹਿੰਦੇ ਨੇ ਮਸ਼ਕਾਂ ਕਰਦੇ ਨੇ। ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਕਿ ਅੱਜ ਕੱਲ੍ਹ ਫੌਜ ਮਸ਼ਕਾਂ 'ਤੇ ਹੈ। ਮੈਨੂੰ ਇਹ ਲੱਗਦਾ ਕਿ ਬੀਜੇਪੀ ਇੱਥੇ ਮਸ਼ਕਾਂ ਕਰ ਰਹੀ ਹੈ, ਇੱਕ ਐਕਸਰਸਾਈਜ਼ ਕਰ ਰਹੀ ਹੈ, ਜਿਹਦੇ ਨਾਲ ਉਹ ਤੈਅ ਕਰ ਰਹੀ ਹੈ ਵੀ ਜਨਤਾ ਦੇ ਵਿੱਚ ਜਨਤਾ ਦਾ ਮੂਡ ਬਾਦਲ ਅਕਾਲੀ ਦਲ ਵੱਲ ਰਹੇਗਾ ਕਿ ਜਿਹਨੂੰ ਅਸੀਂ ਸਪੋਰਟ ਕਰਾਂਗੇ ਉਹਦੇ ਵੱਲ ਰਹੇਗਾ। ਜੇ ਉਹ ਬਾਦਲ ਅਕਾਲੀ ਦਲ ਵੱਲ ਰਹੇਗਾ ਤਾਂ ਉਹ ਬਾਦਲ ਅਕਾਲੀ ਦਲ ਨਾਲ ਆਉਣ ਵਾਲੇ ਸਮੇਂ 'ਚ ਫਿਰ ਸਮਝੌਤਾ ਕਰ ਲੈਣਗੇ। 24 ਦੀਆਂ ਇਲੈਕਸ਼ਨਾਂ 'ਚ ਵੀ ਤੇ ਉਸ ਤੋਂ ਪਹਿਲਾਂ ਪਾਰਲੀਮੈਂਟ ਦੀਆਂ ਇਲੈਕਸ਼ਨ, 24 ਦੀਆਂ ਇਲੈਕਸ਼ਨਾਂ ਨੇ, ਉਸ ਤੋਂ ਬਾਅਦ ਜਿਹੜੀਆਂ ਅਸੈਂਬਲੀ ਇਲੈਕਸ਼ਨਾਂ ਨੇ ਉਹਨਾਂ 'ਚ ਵੀ। ਉਹਦਾ ਕਾਰਨ ਇਹ ਹੈ ਕਿ ਇਹ ਗੱਲ ਸਾਫ਼ ਹੋ ਗਈ ਬਾਦਲ ਦਲ ਨੂੰ ਕਿ ਹੁਣ ਅਸੀਂ ਇਕੱਲੇ
ਪੰਜਾਬ 'ਚ ਅੱਜ ਦੀ ਘੜੀ, ਕੱਲ ਕੀ ਵਾਪਰਦਾ ਪਤਾ ਨਹੀਂ, ਅੱਜ ਦੀ ਘੜੀ ਬਾਦਲ ਦਲ ਕੱਲਾ ਇਲੈਕਸ਼ਨ ਨਹੀਂ ਜਿੱਤ ਸਕਦਾ। ਪਰ ਕਿਤੇ ਨਾ ਕਿਤੇ ਆ ਵੀ ਤੁਸੀਂ ਹੌਸਲਾ ਦੇਖੋ ਪਾਰਟੀ ਨਹੀਂ, ਦਾ। ਤੁਸੀਂ ਮੇਰੀ ਪੂਰੀ ਗੱਲ ਸੁਣੋ। ਉਹ ਇੱਥੇ ਜਿਹੜੀ ਬੀਜੇਪੀ ਕਰਨਾ ਕੀ ਚਾਹੂਗੀ ਕਿ ਜੇ ਤਾਂ ਬਾਦਲ ਦਲ ਮਰਜ ਹੋ ਜਾਂਦਾ ਹੈ ਵੱਡੇ ਅਕਾਲੀ ਦਲ ਦੇ ਤੌਰ ਤੇ, ਫਿਰ ਉਹ ਇਹਨਾਂ ਨਾਲ 60-40 ਦਾ ਸਮਝੌਤਾ ਹੋ ਸਕਦਾ ਹੈ। ਪਹਿਲਾਂ ਵਾਂਗੂ 22 ਸੀਟਾਂ ਤੇ ਬੀਜੇਪੀ ਹੁਣ ਨਹੀਂ ਖੜੂਗੀ, ਔਰ ਬਾਦਲ ਦਲ ਵੀ ਜੇ ਸਮਝੌਤਾ ਹੋਇਆ ਉਹਨਾਂ ਨੂੰ ਪਹਿਲਾਂ ਨਾਲੋਂ ਵਧਾ ਕੇ ਸੀਟਾਂ ਦੇਗਾ। ਠੀਕ ਹੈ, ਤੇ ਜਿਹੜੀਆਂ ਉਹ ਸੀਟਾਂ ਵਧਣਗੀਆਂ ਉਹਨਾਂ ਸੀਟਾਂ ਤੇ ਮਤਲਬ ਉਹਨਾਂ ਦੇ ਹੋਰ ਕਾਰਿਆਕਰਤਾ, ਜਿਵੇਂ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਰਸਾ ਜੀ ਪ੍ਰਧਾਨ ਹੀ ਬਣ ਜਾਣ, ਉਹ 'ਚ ਸਰਸਾ ਜੀ, ਲਾਲਪੁਰਾ ਜੀ, ਹੋਰ ਇੱਦਾਂ ਦੇ ਕਈ ਲੋਕ ਜਿਹੜੇ ਅਕਾਲੀ ਦਲ ਤੋਂ ਆਉਣਗੇ, ਟੁੱਟ ਕੇ ਆਉਣਗੇ ਹੋਰ ਪਾਰਟੀਆਂ ਤੋਂ, ਉਹ ਐਡਜਸਟ ਹੋ ਜਾਣਗੇ। ਅਤੇ ਦੂਜੇ ਪਾਸੇ ਜੇ ਬਾਦਲ ਦਲ ਨੇ ਰਲਾ ਮਿਲਾ ਕੇ ਕਿਤੇ ਸਰਕਾਰ ਬਣਾਉਣ ਦੇ ਨੇੜੇ ਤੇੜੇ ਉਹ ਪਹੁੰਚ ਜਾਂਦੇ ਨੇ ਤਾਂ ਸੱਤਾ ਦੇ ਵਿੱਚ ਲਗਭਗ ਉਹ 45-55, 40-60, 50-50 ਇੱਦਾਂ ਦੀ ਪੋਜੀਸ਼ਨ ਹੋ ਸਕਦੀ ਹੈ। ਪਰੰਤੂ ਜੇ ਬੀਜੇਪੀ ਵਾਲਾ ਧੜਾ ਜਗੀਰ ਕੌਰ ਨੂੰ ਸਪੋਰਟ ਕਰਕੇ ਬੀਜੇਪੀ ਇੱਕ ਧੜਾ ਹੋਰ ਉਭਾਰ ਲੈਂਦੀ ਹੈ, ਉਹਦੇ ਵਿੱਚ ਬਾਦਲ ਦਲ ਜ਼ਿਆਦਾ ਪਛੜ ਜੂਗਾ। ਜੇ ਸਮਝੌਤੇ 'ਚ ਵੀ ਬਾਦਲ ਦਲ ਆਇਆ ਫਿਰ ਹੋ ਸਕਦਾ ਸਿਚੁਏਸ਼ਨ ਉਲਟੀ ਹੋ ਜਾਏ ਕਿ ਜਿਹੜੀ ਨਵੀਂ, ਕਿਉਂਕਿ ਬੀਜੇਪੀ ਬਾਰ-ਬਾਰ ਮਨਜਿੰਦਰ ਸਿੰਘ ਸਰਸਾ ਦੀ ਵੀ ਤੇ ਬਾਕੀ ਜਿਹੜੇ ਹੋਰ ਲੀਡਰਸ ਦੇ ਵੀ ਬਿਆਨ ਮੈਂ ਕੱਲ੍ਹ ਦੇ ਦੇਖ ਰਿਹਾ, ਉਹ ਬਾਰ-ਬਾਰ ਇਹ ਬਿਆਨ ਦੇ ਰਹੇ ਨੇ ਕਿ ਅਸੀਂ ਤਾਂ ਸਿੱਖਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ, ਅਸੀਂ ਤਾਂ ਸਿੱਖਾਂ ਨੂੰ ਆਪਣੇ ਭਰਾ ਸਮਝਦੇ ਹੋਏ ਅਸੀਂ ਤਾਂ ਉਹਨਾਂ ਨੂੰ ਇਨਸਾਫ ਦਿਵਾਇਆ। ਲਾਲਪੁਰਾ ਜੀ ਵੀ ਇਹੀ ਕਹਿੰਦੇ ਨੇ ਕਿ ਦੇਖੋ ਜੀ ਮੋਦੀ ਜੀ ਨੇ 84 ਦਾ ਇਨਸਾਫ ਦਵਾਤਾ, ਹਾਲਾਂਕਿ ਮੈਂ ਤਾਂ ਉਹਦੇ ਨਾਲ ਸਹਿਮਤ ਨਹੀਂ। ਇਨਸਾਫ ਤਾਂ ਉਹ 'ਚ ਕਿੱਥੇ ਹੋ ਗਿਆ? ਉਹ 'ਚ RSS ਦੇ ਹੀ ਬਹੁਤ ਲੋਕ ਨੇ, ਜਾਂ ਤਾਂ ਫਿਰ ਉਹਨਾਂ ਨੂੰ ਟੰਗ ਕੇ ਦਿਖਾਉਣ ਕਿਸੇ ਨੂੰ। ਸੋ ਇਨਸਾਫ ਤਾਂ ਨਹੀਂ ਹੋਇਆ, ਪਰ ਉਹਨਾਂ ਨੇ ਜੋ ਮੈਂ ਇਹ ਕਹਿਣਾ ਕਿ ਜੋ ਨਾਰਾ ਲੈ ਕੇ ਚੱਲ ਰਹੇ ਨੇ ਉਹ, ਠੀਕ ਹੈ ਕਿ ਨਹੀਂ, ਉਹ ਨਾਰਾ ਇੱਦਾਂ ਦਾ ਲੈ ਕੇ ਚੱਲ ਰਹੇ ਨੇ ਕਿ ਉਹਦੇ ਵਿੱਚੋਂ ਸਾਫ਼ ਹੋ ਰਿਹਾ ਕਿ ਉਹ ਚਾਹੁੰਦੇ ਨੇ ਕਿ ਆਉਣ ਵਾਲੀ ਇਲੈਕਸ਼ਨ 'ਚ ਅਸੀਂ ਸਿੱਖਾਂ ਦੇ ਮਿੱਤਰ ਬਣ ਕੇ ਸਿੱਖਾਂ ਨਾਲ ਸਮਝੌਤਾ ਕਰਕੇ ਚੱਲੀਏ। ਉਹ ਸਮਝੌਤਾ ਜੇਕਰ ਅਕਾਲੀ ਦਲ ਬਾਦਲ ਨਾਲ ਵੀ ਹੋਏਗਾ ਤਾਂ ਇਹਨਾਂ ਦੀ ਪੋਜੀਸ਼ਨ ਬਹੁਤ ਘਟ ਜਾਏਗੀ। ਪਹਿਲਾਂ ਸੀ 22 ਸੀਟਾਂ ਦੇ ਕੇ 117, ਬਾਕੀ ਦੀਆਂ ਸਾਰੀਆਂ ਉਹਨਾਂ ਕੋਲੇ ਆ ਜਾਂਦੀਆਂ ਸੀ। ਹੁਣ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕੀਮਤ ਤੇ ਜੇ ਬਾਦਲ ਅਕਾਲੀ ਦਲ ਨਾਲ ਸਮਝੌਤਾ ਕਰਿਆ ਤਦ 60-40 ਤੋਂ ਮਤਲਬ ਥੱਲੇ ਨਹੀਂ ਆਉਣਾ ਬੀਜੇਪੀ ਨੇ। ਪਰ ਇੱਕ ਗੱਲ ਧਾਲੀਵਾਲ ਸਾਹਿਬ ਜਾਂਦੇ ਹੋਰ ਦੱਸਿਓ, ਜਦੋਂ ਆਪਾਂ ਕਹਿੰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਕਮਜ਼ੋਰ ਹੋ ਗਏ ਜਾਂ ਬਾਦਲ ਫੈਮਿਲੀ ਕਮਜ਼ੋਰ ਹੋ ਗਈ, ਸ਼੍ਰੋਮਣੀ ਅਕਾਲੀ ਦਲ ਇਕੱਲਾ ਪੈਂਦਾ ਹੋਇਆ ਨਜ਼ਰ ਆ ਰਿਹਾ, ਉਦੋਂ ਵੀ ਫਿਰ ਅਗਲੇ ਇਹੋ ਜਿਹਾ ਫੈਸਲਾ ਲੈ ਲੈਂਦੇ ਨੇ ਕਿ ਜਿਹੜਾ ਬਗਾਵਤ ਕਰਦਾ ਬਾਹਰ ਕੱਢ ਦਿਓ ਉਹਨੂੰ। ਉਹ ਬਾਹਰ ਕੱਢ ਦਿਓ, ਬੀਜੇਪੀ 'ਚ ਚਲੇ ਜਾਣਗੇ। ਮਤਲਬ ਬੀਜੇਪੀ ਨੂੰ ਕਿਵੇਂ ਕਢਾਉਣਗੇ? ਦੇਖੋ ਮੈਂ ਤੁਹਾਨੂੰ ਇਹ ਗੱਲ ਕਹਿ ਦਿੰਦਾ ਕਿ ਮੰਨ ਲਓ, ਇਹ ਹਾਲੇ ਕਹਿਣਾ ਬਹੁਤ ਔਖਾ ਹੈ। ਮੰਨ ਲਓ ਢੀਂਡਸਾ ਸਾਹਿਬ ਦਾ ਗਰੁੱਪ ਕਹਿੰਦਾ ਕਿ ਅਸੀਂ ਬੀਜੇਪੀ 'ਚ ਨਹੀਂ ਰਲਦੇ, ਪਰੰਤੂ ਅਸੀਂ 5-7 ਸੀਟਾਂ 'ਤੇ ਲੜਾਂਗੇ, ਤੇ ਬੀਜੇਪੀ ਤੇ ਜਿਹੜੇ ਅਕਾਲੀ ਬੀਜੇਪੀ 'ਚ ਚਲੇ ਗਏ, ਜਿਹੜੇ ਕਾਂਗਰਸੀ ਅਕਾਲੀ, ਹੋ ਸਕਦਾ ਉਹ ਵੀ ਸਪੋਰਟ ਕਰ ਦੇਣ, ਇੱਦਾਂ ਦੇ ਕਰਕੇ ਇੱਕ ਅਲਾਇੰਸ ਬਣ ਜਾਵੇ, ਠੀਕ ਹੈ ਨਾ। ਤੇ ਉਹਦੇ ਵਿੱਚੋਂ ਜਿਹੜੀਆਂ ਸੀਟਾਂ ਅਕਾਲੀ ਦਲ ਦੀ ਇਹ ਸਮਰੱਥਾ ਨਹੀਂ ਹੋਊਗੀ ਕਿ ਉਹ ਇਹ ਸ਼ਰਤ ਲਾਵੇ ਕਿ ਜਿਹੜੇ ਸਾਡੇ 'ਚੋਂ ਗਏ ਨੇ ਉਹਨਾਂ ਨੂੰ ਪਹਿਲਾਂ ਬੀਜੇਪੀ 'ਚੋਂ ਬਾਹਰ ਕੱਢੋ, ਉਹਨਾਂ ਨੂੰ ਕੋਈ ਟਿਕਟ ਨਾ ਦਿਓ, ਫਿਰ ਅਸੀਂ ਸਮਝੌਤਾ ਕਰਾਂਗੇ, ਇਹ ਸਮਰੱਥਾ ਨਹੀਂ ਰਹੇਗੀ। ਇਸ ਕਰਕੇ ਇਸ ਤਰ੍ਹਾਂ ਦੀ ਪੋਜੀਸ਼ਨ ਬਣਨ ਦੇ ਚਾਂਸ ਨੇ, ਔਰ ਅਕਾਲੀ ਦਲ ਲਈ ਇਹ ਬਹੁਤ ਭਾਰੀ ਸੰਕਟ ਹੋਏਗਾ ਆਉਣ ਵਾਲੇ ਸਮੇਂ 'ਚ। ਉੱਧਰ ਖੂਹ ਉੱਧਰ ਖਾਤਾ, ਜੇ ਤਾਂ ਸਮਝੌਤਾ ਕਰਦੇ ਨੇ ਫਿਰ ਇਸ ਲਈ ਔਖਾ ਹੈ ਕਿ ਕੀ ਉਸੇ ਅਮਰਿੰਦਰ ਸਿੰਘ ਨੂੰ ਜਿਹਨੂੰ ਵਾਰ-ਵਾਰ ਮਾੜਾ ਕਹਿੰਦੇ ਸੀ ਫਿਰ ਉਹਦੇ ਨਾਲ ਰਲ ਕੇ ਇਲੈਕਸ਼ਨ ਲੜਨਗੇ? ਕੀ ਜਿਹੜੇ ਮੰਤਰੀਆਂ ਨੂੰ ਕਾਂਗਰਸ ਦਿਆਂ ਨੂੰ, ਮੰਨ ਲਓ ਸਾਧੂ ਸਿੰਘ ਧਰਮਸੋਤ ਬੀਜੇਪੀ 'ਚ ਆ ਜਾਂਦੇ ਨੇ ਤੇ ਫਿਰ ਅਕਾਲੀ ਦਲ ਉਹਨੂੰ ਵੀ ਸਪੋਰਟ ਕਰੂਗਾ? ਪੁਰਾਣੇ ਭਾਈਵਾਲ ਢੀਂਡਸਾ ਪਰਿਵਾਰ ਵੀ ਅਲਾਈਅੰਸ, ਉਹ ਢੀਂਡਸਾ ਪਰਿਵਾਰ ਤਾਂ ਅਕਾਲੀ ਦਲ ਦਾ ਪਾਰਟ ਰਿਹਾ। ਇਹ ਜਿਹੜੇ ਨੇ ਇਹ ਤਾਂ ਅਕਾਲੀ ਦਲ ਦੇ ਵਿਰੋਧੀ ਰਹੇ ਨੇ ਨਾ, ਜਿਹੜੇ ਅਮਰਿੰਦਰ ਸਿੰਘ ਨਾਲ ਕਾਂਗਰਸੀ ਆ ਗਏ ਇਹ ਤਾਂ ਅਕਾਲੀ ਦਲ ਦੇ ਵਿਰੋਧੀ ਰਹੇ ਨੇ। ਪਰ ਅੱਜ ਵੀ ਫਿਰ ਵਿਰੋਧੀ ਨੇ, ਅੱਜ ਵੀ ਵਿਰੋਧੀ ਨੇ। ਹਾਲੇ ਤਾਂ ਜਿਹੜਾ ਢੀਂਡਸਾ ਪਰਿਵਾਰ ਵੀ ਕੱਲ ਬੀਜੇਪੀ 'ਚ ਰਲਿਆ ਨਹੀਂ ਹੈ, ਤੇ ਬਾਦਲ ਸਾਹਿਬ ਕੋਲ ਵੀ ਹਲੇ ਇੱਕ ਕਹਿਣ ਨੂੰ ਗੱਲ ਹੈ ਕਿ ਅਸੀਂ ਬੀਜੇਪੀ ਦੇ ਨਾਲ ਨਹੀਂ ਰਲੇ, ਬੀਜੇਪੀ ਦਖਲ ਦੇ ਰਹੀ ਹੈ। ਮਤਲਬ ਬੀਜੇਪੀ ਦਖਲ ਹੁਣੀ ਦੇਣ ਲੱਗੀ ਹੈ। ਜਦੋਂ ਬਾਦਲ ਸਾਹਿਬ ਨੇ ਬੀਜੇਪੀ ਤੋਂ ਸਪੋਰਟ ਲੈ ਕੇ ਸਾਰਾ ਕੁਝ ਕੀਤਾ, ਟੌੜਾ ਸਾਹਿਬ ਨੂੰ ਬਾਹਰ ਕੱਢਿਆ, ਉਦੋਂ ਵੀ ਤਾਂ ਬੀਜੇਪੀ ਦੀ ਸਪੋਰਟ ਹੀ ਸੀ ਨਾ, ਕੇਂਦਰ ਸਰਕਾਰ ਦੀ ਸਪੋਰਟ ਸੀ ਉਦੋਂ ਵੀ ਤਾਂ। ਸੋ ਇਸ ਕਰਕੇ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਇਹੀ ਗੱਲ ਤਾਂ ਬੀਬੀ ਜਗੀਰ ਕੌਰ ਕਹਿੰਦੇ ਨੇ ਵੀ ਹੁਣ ਜੇ ਚਲੋ, ਜੇ ਉਹ ਇਹ ਕਹਿੰਦੇ ਨੇ ਮੈਂ ਬੀਜੇਪੀ ਨਾਲ ਨਹੀਂ, ਪਰੰਤੂ ਕੀ ਬੀਜੇਪੀ ਅਛੂਤ ਹੈ? ਮਤਲਬ ਜਦੋਂ ਤਾਂ ਇਹਨਾਂ ਨੇ ਬੀਜੇਪੀ ਨਾਲ ਰਹਿਣਾ ਹੈ,
ਫਿਰ ਤਾਂ ਠੀਕ ਗੱਲ ਹੈ। ਜੇ ਕੋਈ ਹੋਰ ਬੀਜੇਪੀ ਨਾਲ ਜਾਂਦਾ ਫਿਰ ਇਹ ਮਾੜੀ ਗੱਲ ਹੈ, ਉਹ ਪੰਥਕ ਨਹੀਂ ਰਿਹਾ। ਇੱਥੇ ਅਕਾਲੀ ਦਲ ਵੀ ਫਸਿਆ ਹੋਇਆ ਨਾ, ਕਹਿਣ ਲਈ ਉਹਨਾਂ ਨੂੰ ਗੱਲ ਨਹੀਂ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਤਾਂ ਸਮਾਂ ਦੱਸੂਗਾ ਜਿੱਤ ਹਾਰ ਕਿਹਦੀ ਹੈ, ਪਰੰਤੂ ਪੈਂਤੜੇ ਦੇ ਪੱਖ ਤੋਂ ਜੇ ਆਪਾਂ ਦੇਖੀਏ ਉਹਦੇ ਵਿੱਚ ਅਕਾਲੀ ਦਲ ਬਹੁਤ ਫਸਿਆ ਹੋਇਆ। ਅਕਾਲੀ ਦਲ ਬਾਦਲ ਬਹੁਤ ਜ਼ਿਆਦਾ ਫਸਿਆ ਹੋਇਆ ਹੈ। ਅੱਛਾ, ਜੇ ਇਹ ਪੈਂਤੜਾ ਮਤਲਬ ਬੀਜੇਪੀ ਦੇ ਨਾਲ ਜਾਣਗੇ ਫਿਰ ਉਹ ਸਾਰੀ ਸਪੇਸ ਹੈ ਜਿਹੜੀ, ਫਿਰ ਹੋ ਸਕਦਾ ਹੈ ਜਿਹੜੇ ਉਹ ਆਪਾਂ ਕਹਿੰਦੇ ਹਾਂ ਥੋੜ੍ਹੇ ਜਿਹੇ ਖੜਕੂ ਟਾਈਪ ਜਿਹੜਾ ਅਕਾਲੀ ਦਲ ਬਣਦਾ ਹੈ, ਫਿਰ ਹੋ ਸਕਦਾ ਉਹ ਸਪੇਸ ਮੰਨ ਲੈਣ। ਇਹ ਵੀ ਇੱਕ ਸਥਿਤੀ ਪਈ ਹੈ, ਵੈਕੂਮ ਕ੍ਰੀਏਟ ਹੋਊਗਾ। ਬਿਲਕੁਲ ਇੱਕ ਹਾਲਾਤ ਇੱਦਾਂ ਦੇ ਹੈ ਕਿ ਉਹ ਵੋਟ ਨੂੰ ਕੌਣ ਲੈ ਕੇ ਜਾਊਗਾ, ਕਿਉਂਕਿ ਜਿਹੜਾ ਅਕਾਲੀ ਦਲ ਤੋਂ ਵੋਟਰ ਗੁੱਸੇ ਹੋਇਆ ਹੈ, ਦੂਰ ਗਿਆ ਹੈ, ਉਹਨੂੰ ਨੇੜੇ ਲਿਆਉਣ ਲਈ ਅਜੇ ਕੋਈ ਯਤਨ ਨਹੀਂ ਹੋਏ। ਉਹ ਕਿਤੇ ਨਹੀਂ ਦਿਖਾਈ ਦੇ ਰਿਹਾ ਕਿ ਵੋਟਰ ਮੁੜ ਕੇ ਅਕਾਲੀ ਦਲ ਨਾਲ ਲੱਗਣ ਨੂੰ ਤਿਆਰ ਹੈ। ਆਪਸੀ ਲੀਡਰਸ਼ਿਪ ਕ੍ਰਾਈਸਿਸ ਹੈ ਨਾ। ਹਾਂ, ਉਹ ਹੈਗਾ। ਤੇ ਦੂਸਰਾ, ਜਿਹੜੇ ਬਾਕੀ ਸਾਰੇ ਲੀਡਰ ਨੇ, ਜਿਵੇਂ ਪਹਿਲਾਂ ਅਕਾਲੀ ਦਲ 'ਚ ਹੁੰਦਾ ਸੀ ਨਾ, ਜਦੋਂ ਵੱਡੇ ਬਾਦਲ ਸਾਹਿਬ ਤੇ ਸੁਖਬੀਰ ਬਾਦਲ ਕੋਲ ਤਾਕਤ ਸੀ, ਉਦੋਂ ਜਿਵੇਂ ਬੀਬੀ ਜਗੀਰ ਕੌਰ ਨੇ ਇੱਕ ਬਿਆਨ ਦਿੱਤਾ ਤਾਂ ਫਟਾਫਟ ਸੈਕੰਡ ਕਤਾਰ ਦੇ ਲੀਡਰਾਂ ਦੇ ਬਿਆਨ ਆ ਜਾਂਦੇ ਸੀ ਕਿ ਜੀ ਮਤਲਬ ਇਸ ਨੇਤਾ ਨੂੰ ਬਾਹਰ ਕੱਢੋ, ਜਿਵੇਂ ਮਟੌੜਾ ਸਾਹਿਬ ਦੇ ਖਿਲਾਫ ਪੜਾਕੇ ਪਏ ਸੀ। ਹੁਣ ਮੈਂ ਹੈਰਾਨ ਹਾਂ ਵੀ ਹੁਣ ਵੀ ਵੱਡੇ ਵੱਡੇ ਲੀਡਰ ਅਕਾਲੀ ਦਲ 'ਚ ਬੈਠੇ ਨੇ, ਕੋਈ ਚੂੰ ਨਹੀਂ ਕਰਦਾ, ਕੋਈ ਇਹ ਨਹੀਂ ਕਹਿ ਰਿਹਾ ਕਿ ਬੀਬੀ ਜੀ ਤੇ ਐਕਸ਼ਨ ਲਓ ਜੀ, ਜਾਂ ਫਲਾਣੇ ਬੰਦੇ ਤੇ ਐਕਸ਼ਨ ਲਓ, ਜਗਮੀਤ ਬਰਾੜ ਤੇ ਐਕਸ਼ਨ ਲਓ। ਪਰ ਬੀਬੀ ਜਗੀਰ ਕੌਰ ਇਹ ਗੱਲ ਕਹਿੰਦੇ ਨੇ ਕਿ ਵੀ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਫੈਮਿਲੀ ਇਦਾਂ ਦਾ ਕੁਝ ਨਹੀਂ ਕਰ ਸਕਦੀ ਮੈਨੂੰ ਸਸਪੈਂਡ ਕਰਨ ਦਾ, ਜਿਹੜਾ ਇਰਦ ਗਿਰਦ ਘੇਰਾ ਖਾਸ ਕਰਕੇ ਜਿਵੇਂ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਉਹਨੇ ਕਿਹਾ। ਮੈਂ ਤੁਹਾਨੂੰ ਇਹ ਕਹਿਣਾ, ਜਿਹੜਾ ਉਹਨਾਂ ਦੇ ਇਰਦ ਗਿਰਦ ਘੇਰਾ, ਉਹੀ ਤਾਂ ਮੈਂ ਗੱਲ ਕਹਿਣਾ, ਉਹ ਵੀ ਖੁੱਲ ਕੇ ਆਏ ਨਹੀਂ ਕਹਿ ਸਕਦੇ ਵੀ ਬੀਬੀ ਜੀ ਨੂੰ ਬਾਹਰ ਕੱਢੋ। ਮਤਲਬ ਜਿਹੜੀ ਇਹ ਕੀ ਦੱਸਦਾ ਹੈ, ਇਹ ਸਾਰਾ ਕੁਝ ਇਹੀ ਦੱਸਦਾ ਹੈ ਕਿ ਜਿਹੜੀ ਸੁਖਬੀਰ ਬਾਦਲ ਦੀ ਜਾਂ ਵੱਡੇ ਬਾਦਲ ਸਾਹਿਬ ਦੀ ਕੋਟਰੀ ਸੀ, ਜਿਹੜੇ ਖੜ ਜਾਂਦਾ ਸੀ ਡਟ ਕੇ ਨਾਲ ਉਹਦੇ ਇੱਕ ਇਸ਼ਾਰੇ ਤੇ, ਮਤਲਬ ਉਹ ਵੀ ਇਹ ਦੇਖਦੇ ਨੇ, ਉਹਨਾਂ ਨੂੰ ਵੀ ਸਮਝ ਇਹ ਲੱਗ ਰਹੀ ਹੈ ਕਿ ਬਾਦਲਾਂ ਦਾ ਵੀ ਕੁਝ ਨਹੀਂ ਪਤਾ ਵੀ ਇਹ ਕਿਹੜਾ ਪੈਂਤੜਾ ਮਾਰ ਦੇਣਗੇ। ਇਹ ਇਸ ਕਰਕੇ ਜਿਹੜੀ ਗੱਲ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਇਹ ਹੋ ਸਕਦਾ ਹੈ, ਮੈਂ ਨਹੀਂ ਕਹਿੰਦਾ ਉਹਨਾਂ ਨੇ ਪਲਾਨ ਕੀਤੀ ਹੈ, ਪਰ ਇਹਦੇ ਵਾਪਰਨ ਤੋਂ ਬਾਅਦ ਹੋ ਸਕਦਾ ਬਾਦਲ ਸਾਹਿਬ ਵੀ ਕਈ ਕੁਝ ਦੇਖ ਲੈਣ ਕਿ ਹੁਣ ਜੇ ਮੰਨ ਲਓ ਕੁਛ ਹੋਰ ਹੋ ਜਾਂਦਾ ਹੈ, ਤੋੜ ਫੋੜ ਹੋ ਜਾਂਦੀ ਹੈ, ਤੇ ਹੁਣ ਇਹਨੂੰ ਆਪਾਂ ਕਿਵੇਂ ਲਾਉਣਾ ਹੈ। ਤੇ ਜੇ ਹੁਣ ਵੀ ਅਕਾਲੀ ਦਲ ਬਾਦਲ ਜਿੱਤ ਜਾਂਦਾ ਹੈ ਇਸ ਚੋਣ 'ਚ, ਜਿਹੜੀ ਲੱਗਦਾ ਹੈ ਕਿ ਉਹ ਜਿੱਤ ਸਕਦੇ ਨੇ, ਕਿਉਂਕਿ ਮੈਂਬਰ ਅਲਟੀਮੇਟਲੀ ਉਹਨਾਂ ਦੇ ਹੀ ਨੇ, ਉਦੋਂ ਦੇ ਚੁਣੇ ਹੋਏ ਨੇ, ਉਹਨਾਂ ਨੇ ਕਈ ਤਰ੍ਹਾਂ ਦੇ ਫਾਇਦੇ ਰਾਜਨੀਤਿਕ ਤੌਰ ਤੇ ਲਏ ਹੋਏ ਨੇ, ਉਹ ਬਾਦਲਾਂ ਦੇ ਸਾਹਮਣੇ ਅੱਖ ਚੁੱਕਣ ਦੀ ਸਮਰੱਥਾ ਨਹੀਂ ਰੱਖਦੇ। ਜੇ ਬਾਦਲ ਧੜਾ ਹੁਣ ਵੀ ਧਾਮੀ ਸਾਹਿਬ ਨੂੰ ਪ੍ਰਧਾਨ ਬਣਾਉਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਜ਼ਰੂਰ ਇੱਕ ਮੈਸੇਜ ਜਾਏਗਾ ਕਿ ਜੀ ਹਾਲੇ ਵੀ ਸਿੱਖ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਸੁਪਰੀਮ ਹੈ। ਬਾਕੀ ਦੇਖੋ ਸਮਾਂ ਆਏਗਾ, ਪਰੰਤੂ ਹਾਂ ਇੱਕ ਗੱਲ ਮੈਂ ਫੇਰ ਕਹਿਣਾ, ਜਿਹੜੀ ਗੱਲ ਮੈਂ ਦੱਸਣੀ ਚਾਹੁੰਦਾ, ਬਹੁਤ ਵਾਰ ਇਹਨਾਂ ਨੂੰ ਨਹੀਂ ਪਤਾ ਹੁੰਦਾ ਆਪਣੇ ਸਰੋਤਿਆਂ ਨੂੰ, ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਜਦੋਂ ਚੋਣ ਹੁੰਦੀ ਹੈ, ਇਹ ਚੋਣ ਦੇ ਵਿੱਚ ਜਿਹੜਾ ਬਾਗੀ ਜਾਂ ਵਿਰੋਧੀ, ਬਾਗੀ ਦੇ ਇੱਥੇ ਨਾ ਕਹੀਏ ਕਿ ਵਿਰੋਧੀ ਦੋ ਮੈਂਬਰ ਨੇ, ਜਿਹੜਾ ਹਾਰਦਾ ਉਹ ਵਿਰੋਧੀ ਹੋਊਗਾ, ਚਾਹੇ ਉਹ ਧਾਮੀ ਸਾਹਿਬ ਹੋਣ ਚਾਹੇ ਉਹ ਬੀਬੀ ਜਗੀਰ ਕੌਰ ਹੋਵੇ, ਜੇ ਇਹ ਦੋਨੇ ਬਣੇ ਰਹਿੰਦੇ ਨੇ ਕੈਂਡੀਡੇਟ, ਇਹਨਾਂ 'ਚੋਂ ਜਿਹੜਾ ਹਾਰਦਾ ਜਿੰਨੀ ਵੋਟ ਉਸ ਨੂੰ ਪੈ ਜਾਂਦੀ ਹੈ। ਇਹ ਇੱਕ ਰਵਾਇਤ ਹੈ ਕਿ ਪ੍ਰਪੋਰਸ਼ਨੇਟਲੀ ਹਿੱਸੇਦਾਰੀ 'ਚ ਉਨੇ % ਮੈਂਬਰ ਐਗਜ਼ੀਕਿਊਟਿਵ 'ਚ ਉਹਨਾਂ ਦੇ ਧੜੇ ਤੋਂ ਲਏ ਜਾਣਗੇ। ਜੇ ਐਗਜ਼ੀਕਿਊਟਿਵ ਦੇ ਵਿੱਚ ਵਿਰੋਧੀ ਧੜੇ ਦੇ ਮੈਂਬਰ ਵੱਧ ਜਾਂਦੇ ਨੇ ਤਾਂ ਕੁਦਰਤੀ ਗੱਲ ਹੈ ਕਿ ਉਹ ਹਰ ਇੱਕ ਫੈਸਲੇ ਦੀ ਜਿਹੜੀ ਪੜਚੋਲ ਹੁੰਦੀ ਹੈ, ਹਰ ਇੱਕ ਫੈਸਲੇ ਦੀ ਨੁਕਤਾਚੀਨੀ ਹੁੰਦੀ ਹੈ ਤੇ ਕਮੇਟੀ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਤੇ ਜਿਹੜੇ ਹੁਣ ਮੈਂਬਰ ਬਣੇ ਹੋਏ ਨੇ, ਕੋਈ ਸੀਨੀਅਰ ਪ੍ਰਧਾਨ ਕੋਈ ਜੂਨੀਅਰ ਪ੍ਰਧਾਨ, ਉਹਨਾਂ ਨੂੰ ਜਦੋਂ ਲਾਹਿਆ ਜਾਏਗਾ ਜਾਂ ਸਾਈਡ ਤੇ ਕੀਤਾ ਜਾਏਗਾ, ਕਿਉਂਕਿ ਉਹਨੇ ਨਹੀਂ ਲਏ ਜਾਣੇ, ਹੁਣ ਉਹਨਾਂ ਦੇ ਵਿੱਚ ਇੱਕ ਨਿਰਾਸ਼ਤਾ ਫੈਲੇਗੀ। ਇੱਕ ਦੂਸਰੀ, ਹੁਣ ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਜਿਵੇਂ ਪਹਿਲਾਂ ਆਪਣੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਵਿਰਕ ਸਾਹਿਬ ਨੇ ਹਰਿਆਣੇ ਤੋਂ, ਹੁਣ ਹਰਿਆਣੇ ਦੀ ਕਮੇਟੀ ਵੱਖਰੀ ਬਣ ਗਈ, ਉਹ ਮੈਂਬਰ ਤਾਂ ਪਹਿਲਾਂ ਦੇ ਜਿੱਤੇ ਹੋਏ ਨੇ, ਹੁਣ ਕੀ ਉਹਨਾਂ ਮੈਂਬਰਾਂ ਨੂੰ ਵੀ ਤਵੱਜੋ ਦਿੱਤੀ ਜਾਊਗੀ, ਉਹਨਾਂ ਨੂੰ ਵੀ ਕੋਈ ਅਹੁਦਾ ਦਿੱਤਾ ਜਾਊਗਾ ਕਿ ਨਹੀਂ ਜਾਊਗਾ। ਸੋ ਇਸ ਤਰ੍ਹਾਂ ਦੇ ਕਈ ਸਾਰੇ ਕ੍ਰਾਈਸਿਸ ਨੇ, ਇੱਕ ਤੋਂ ਵੱਧ, ਜਿਨ੍ਹਾਂ ਦਾ ਸਾਹਮਣਾ ਕਰਨਾ ਪੈਣਾ ਹੈ। ਤੇ ਉਹ ਸਾਹਮਣਾ ਸੌਖਾ ਨਹੀਂ। ਜਦੋਂ ਗੁਰਬਾਣੀ 'ਚ ਇੱਕ ਸ਼ਬਦ ਆਉਂਦਾ ਹੈ, ਬਲ ਹੋਆ ਬੰਧਨ ਛੁਟੇ ਸਭ ਕੁਛ ਹੋ ਤਾਂ ਪਾਏ,
ਜਦੋਂ ਤਾਕਤ ਹੁੰਦੀ ਹੈ ਨਾ ਉਦੋਂ ਸਭ ਬੰਧਨ ਛੁੱਟ ਜਾਂਦੇ ਨੇ, ਪਰ ਜਦੋਂ ਤਾਕਤ ਨਹੀਂ ਹੁੰਦੀ ਨਾ ਬਲ ਛੁੱਟ ਕੇ ਉਹ ਬੰਧਨ ਭਰੇ। ਜਦ ਤਾਕਤ ਛੁੱਟ ਜਾਂਦੀ ਹੈ ਨਾ ਫਿਰ ਬੰਧਨ ਇੰਨੇ ਸਖਤ ਹੋ ਜਾਂਦੇ ਨੇ, ਫਿਰ ਉਹ ਛੇਤੀ ਟੁੱਟਦੇ ਨਹੀਂ। ਸੋ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਉਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਹਾਨ ਜਰਨੈਲਾਂ ਦਾ ਦਿਖਾਈ ਜੋ ਦੇ ਰਿਹਾ ਹੈ ਉਹ ਗਿਰਾਵਟ ਵੱਲ ਨੂੰ ਸਮਾਂ ਚੱਲ ਰਿਹਾ ਹੈ। ਸੰਭਲਣ ਦਾ ਮੌਕਾ ਦੇ ਨਹੀਂ ਰਿਹਾ ਉਹ ਸਮਾਂ। ਦੇਖੋ ਸੰਭਲ ਪਾਉਂਦੇ ਨੇ ਕਿ ਨਹੀਂ ਉਹ ਵਕਤ ਦੱਸੇਗਾ। ਸੋ ਇਸ ਕਰਕੇ ਇਹ ਆਪਣੇ ਆਪ 'ਚ ਵੱਡਾ ਚੈਲੰਜ ਹੈ। ਬਿਲਕੁਲ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਧੰਨਵਾਦ ਜੀ। ਜੀ ਦੋਸਤੋ, ਧਾਲੀਵਾਲ ਸਾਹਿਬ ਨੇ ਤੁਹਾਨੂੰ ਬੜਾ ਵਿਸਥਾਰ ਦੇ ਨਾਲ ਸਾਰੀ ਗੱਲਬਾਤ ਸਮਝਾਈ। 9 ਤਰੀਕ ਨੂੰ ਰਿਜ਼ਲਟ ਆਉਣਗੇ। ਬੀਬੀ ਜਗੀਰ ਕੌਰ ਤੇ ਧਾਮੀ ਸਾਹਿਬ ਆਮੋ ਸਾਹਮਣੇ ਨੇ। ਬੈਕਅਪ ਤੇ ਸੁਖਬੀਰ ਸਿੰਘ ਬਾਦਲ ਦੇ ਕਾਫੀ ਗੱਲਾਂ ਹੋਰ ਨਵੀਂ ਨਿਕਲ ਕੇ ਆ ਰਹੀਆਂ ਨੇ। ਜੋ ਅਪਡੇਟ ਹੋਊਗੇ ਇਸ ਮਾਮਲੇ ਤੇ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਾਂ ਨੂੰ ਪੰਜਾਬੀ ਤੇ। ਧੰਨਵਾਦ।